ਸਤਿ ਸ਼੍ਰੀ ਅਕਾਲ ਜੀ। ਮੈਂ ਕੁਲਵਿੰਦਰ ਸਿੰਘ ਛਲੇੜੀ ਤੇ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਲੋਕਨਾਥ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਪ੍ਰਾਈਮ ਮੁੱਦਾ। ਇਸ ਮੁੱਦੇ ਦੇ ਵਿੱਚ ਜਿਹੜੀਆਂ ਖਬਰਾਂ ਦੇ ਉੱਤੇ ਅਸੀਂ ਚਰਚਾ ਕਰਨ ਜਾ ਰਹੇ ਹਾਂ, ਪਹਿਲਾਂ ਤੁਹਾਨੂੰ ਉਹ ਦੱਸ ਦਿੰਦੇ ਹਾਂ ਕਿ ਕੈਗ ਦੇ ਵੱਲੋਂ ਇੱਕ ਰਿਪੋਰਟ ਆਈ ਹੈ ਜਿਸ ਦੇ ਵਿੱਚ ਵੱਡੇ ਖੁਲਾਸੇ ਹੋਏ ਨੇ ਤੇ ਕਾਂਗਰਸੀ ਸਾਬਕਾ ਮੁੱਖ ਮੰਤਰੀਆਂ ਦੀ ਮੁਸ਼ਕਲਾਂ ਵਧੀਆਂ ਨੇ ਤੇ ਉਹਨਾਂ ਦੇ ਬਾਰੇ ਕੀ ਕੁਝ ਖੁਲਾਸੇ ਹੋਏ ਨੇ ਉਹ ਵੀ ਤੁਹਾਨੂੰ ਦੱਸਾਂਗੇ। ਤੇ ਨਾਲ ਹੀ ਜਿਹੜਾ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਅਦਾਲਤ ਦਾ ਕੁੰਡਾ ਖੜਕਾਇਆ ਗਿਆ। ਦੂਜੇ ਪਾਸੇ ਤਲਵਾਰ ਜਿਹੜੀ ਹੈ ਗ੍ਰਿਫਤਾਰੀ ਦੀ ਉਹ ਵੀ ਲਟਕ ਰਹੀ ਸੀ। ਕੀ ਹੈ ਉਹ ਮਸਲਾ, ਉਸ ਦੇ ਉੱਤੇ ਵੀ ਗੱਲਬਾਤ ਕਰਾਂਗੇ। ਤੇ ਨਾਲ ਹੀ ਜਿਹੜਾ ਅੱਜ ਸੀਐਮ ਭਗਵੰਤ ਮਾਨ ਅਤੇ ਗਵਰਨਰ ਜਿਹੜੇ ਆ ਉਹ ਇਕੱਠੇ ਹੋ ਕੇ ਦਿਖਾਈ ਦਿੰਦੇ ਨੇ। ਕਿੱਥੇ ਇਕੱਠੇ ਹੋਏ ਨੇ, ਕਿਵੇਂ ਇਕੱਠੇ ਹੋਏ ਨੇ, ਉਸ ਦੇ ਉੱਤੇ ਵੀ ਚਰਚਾ ਕਰਾਂਗੇ। ਸਾਰੇ ਮਸਲਿਆਂ ਦੇ ਉੱਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾਕਟਰ ਐਸਪੀ ਸਿੰਘ ਸਰ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਸ਼ੁਕਰੀਆ ਸਰ। ਕੈਗ ਦੇ ਵੱਲੋਂ ਇੱਕ ਰਿਪੋਰਟ ਜਿਹੜੀ ਹੈ ਜੀ ਉਹ ਜਨਤਕ ਕੀਤੀ ਗਈ ਹੈ, ਉਸ ਦੇ ਵਿੱਚ ਬੜੇ ਵੱਡੇ ਖੁਲਾਸੇ ਹੋਏ ਨੇ। ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਜਿਹੜੇ ਆ ਉਹ ਬੜੇ ਕਸੁੱਤੇ ਘਿਰੇ ਨੇ ਜੀ। ਕਹਿੰਦੇ 53,000 ਕਰੋੜ ਰੁਪਈਆ ਜਿਹੜਾ ਹੈ ਉਹ ਵਰਤਿਆ ਨਹੀਂ ਗਿਆ ਤੇ ਵਾਪਸ ਚਲਿਆ ਗਿਆ। ਨਾਲ ਹੀ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਉੱਤੇ ਵੀ ਸਰ ਸਵਾਲ ਉੱਠ ਰਹੇ ਨੇ। ਕਿਵੇਂ ਦੇਖਦੇ ਹੋ ਜੀ ਸਾਰੇ ਮਸਲੇ ਨੂੰ? ਦੇਖੋ, ਜਿੱਥੋਂ ਤੱਕ ਤੇ ਕੈਗ ਦੀ ਜਿਹੜੀ ਰਿਪੋਰਟ ਹੈ ਇਹ ਆਪਣੇ ਆਪ ਵਿੱਚ ਹੈਰਾਨੀਜਨਕ ਵੀ ਹੈ। ਨਾਲ ਜੇ ਅਸੀਂ ਇਹ ਕਹੀਏ ਕਿ ਜਿੰਨੀਆਂ ਵੀ ਸਰਕਾਰਾਂ ਰਹੀਆਂ ਨੇ ਉਹਨਾਂ ਦੀ ਇਹ ਵਿੱਚ ਫੇਲਿਅਰ ਵੀ ਨਹੀਂ ਜਾ ਸਕਦੀ ਹੈ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਰਾਜਨੀਤਿਕ ਤੌਰ ਦੇ ਉੱਤੇ ਹਰ ਸਰਕਾਰ ਜਿਹੜੀ ਹੈ ਉਹ ਪੈਸਾ ਬਚਾਈ ਜਾਂਦੀ ਹੈ ਅਖੀਰਲੇ ਵਕਤ ਇਲੈਕਸ਼ਨਾਂ ਦੇ ਵੇਲੇ ਉਹਨੂੰ ਖਰਚਣ ਵਾਸਤੇ। ਇਹ ਵੀ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਇਲੈਕਸ਼ਨ ਦੇ ਲਈ ਜਿਹੜਾ ਇਹ ਪੈਸਾ ਜਿਹੜਾ ਬਚਾਇਆ ਜਾਂਦਾ ਰਿਹਾ ਹੈ। ਲੇਕਿਨ ਕਾਂਗਰਸ ਦੇ ਵਿੱਚ ਜਿਹੜੀ ਹੈ ਫੇਰ ਬਦਲ ਹੋਇਆ, ਜਿਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਚਰਨਜੀਤ ਚੰਨੀ ਦਾ ਆਉਣਾ ਔਰ ਉਹਦੇ ਨਾਲ ਰੀਸ਼ਫਲ ਬਿਊਰੋਕ੍ਰੇਸੀ ਦੀ ਵੀ ਸਾਰੀ ਹੋਣੀ, ਉਹਦੇ ਨਾਲ ਇਹ ਪੈਸਾ ਜਿਹੜਾ ਹੈ ਉਹ ਖਰਚਿਆ ਨਹੀਂ ਗਿਆ। ਜਿਸ ਪਰਪਸ ਲਈ ਰੱਖਿਆ ਗਿਆ ਸੀ ਉਸ ਪਰਪਸ ਲਈ ਉਹ ਵਰਤਣਾ ਸੀ। ਔਰ ਉਹਦੇ ਵਿੱਚ ਕਿਉਂਕਿ ਡਿਵੈਲਪਮੈਂਟ ਦੇ ਪਰਪਸ ਲਈ ਹੈ, ਵਿਕਾਸ ਕਾਰਜਾਂ ਲਈ ਹੈ, ਵਿਕਾਸ ਕਾਰਜਾਂ ਦੇ ਲਈ ਕਾਫੀ ਲੰਬਾ ਪ੍ਰੋਸੀਜਰ ਹੁੰਦਾ ਹੈ ਖਰਚਣ ਲਈ। ਸੋ ਜਿਹੜਾ ਲੁਕਵਾਂ ਪੈਸਾ ਰੱਖਿਆ ਗਿਆ ਸੀ ਉਹ ਪੈਸਾ ਲੁਕਵਾਂ ਜਿਹੜਾ ਹੈ ਉਹਨੂੰ ਖਰਚਾ ਟਾਈਮ ਹੀ ਨਹੀਂ ਮਿਲਿਆ ਇਲੈਕਸ਼ਨ ਦੇ ਵੇਲੇ। ਤੇ ਕਿਉਂਕਿ ਸਾਰੇ ਸਮੀਕਰਨ ਬਦਲ ਗਏ ਸਨ ਔਰ ਉਹ ਸਮੀਕਰਨ ਬਦਲਿਆਂ ਦੇ ਵਿੱਚ ਜਿੱਥੇ ਰਾਜਨੀਤਿਕ ਤੌਰ ਦੇ ਉੱਤੇ ਵਖਰੇਵਾਂ ਦੇਖਿਆ ਜਾ ਸਕਦਾ ਸੀ, ਉੱਥੇ ਉਵੇਂ ਹੀ ਪੰਜਾਬ ਦੀ ਜਿਹੜੀ ਅਫਸਰਸ਼ਾਹੀ ਹੈ ਉਸ ਦਾ ਅਵੇਸਰਾਪਨ ਵੀ ਜਿਹੜਾ ਉਹਦੇ ਵਿੱਚ ਮੰਨਿਆ ਜਾ ਸਕਦਾ ਹੁੰਦਾ। ਹਮੇਸ਼ਾ ਜਿਹੜੀ ਹੈ ਉਹ ਕੈਗ ਦੀ ਰਿਪੋਰਟ ਹੋਵੇ, ਬਜਟ ਦੀ ਕਾਰਵਾਈ ਹੋਵੇ, ਫਿਨਾਂਸ ਦਾ ਮਸਲਾ ਹੋਵੇ, ਉਸ ਦੇ ਵਿੱਚ ਰਾਜਨੀਤਿਕ ਲੋਕਾਂ ਨਾਲੋਂ ਵੀ ਵੱਧ ਜ਼ਿੰਮੇਵਾਰੀ ਜਿਹੜੀ ਹੈ ਉਹ ਅਫਸਰਸ਼ਾਹੀ ਦੀ ਹੁੰਦੀ ਹੈ, ਜਿਨ੍ਹਾਂ ਨੇ ਇਸ ਨੂੰ ਆਪਣੇ ਜਿਹੜੇ ਨੇ ਉਹ ਫਿਨਾਂਸ ਦੇ ਪੈਟਰਨ ਦੇ ਵਿੱਚ ਜਿਹੜਾ ਉਹ ਖਰਚਣਾ ਹੁੰਦਾ। ਸੋ ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਰਾਜਨੀਤਿਕ ਲਾਪਰਵਾਹੀ ਤੇ ਕੈਪਟਨ ਅਮਰਿੰਦਰ ਸਿੰਘ ਦੀ ਵੀ ਰਹੀ ਤੇ ਚੰਨੀ ਉਹਨਾਂ ਦੀ ਵੀ ਰਹੀ ਹੋਏ, ਲੇਕਿਨ ਜ਼ਿਆਦਾ ਜ਼ਿੰਮੇਵਾਰੀ ਜਿਹੜੀ ਹੈ ਇਹ ਪੰਜਾਬ ਦੀ ਜਿਹੜੀ ਹੈ ਉਹ ਚਾਹੀਦੀ ਬਣਦੀ ਹੈ ਕਿ ਉਹਨਾਂ ਨੇ ਇੱਕ ਜਿਹੜਾ ਟਾਈਮ ਬਾਉਂਡ ਸਾਰਾ ਕੰਮ ਹੁੰਦਾ ਹੈ ਬਜਟ ਦਾ, ਬਜਟ ਦੇ ਖਰਚਣ ਦਾ ਤੇ ਸਾਰਾ ਪ੍ਰੋਸੈਸ ਜਿਹੜਾ ਹੁੰਦਾ ਹੈ ਉਹਨੂੰ ਇਮਾਨਦਾਰੀ ਨਾਲ, ਉਹਨੂੰ ਪ੍ਰਤੀਬੱਧਤਾ ਦੇ ਨਾਲ, ਉਹਨੂੰ ਪੰਜਾਬ ਦੇ ਹਿੱਤਾਂ ਲਈ ਵਰਤਣ ਲਈ ਜਿਹੜੀ ਹੈ ਉਹ ਕੁਤਾਹੀ ਵਰਤੀ ਹੈ। ਔਰ ਜਿਸ ਵੇਲੇ ਕੋਈ ਜ਼ਿੰਮੇਵਾਰੀ ਦੀ ਫਿਕਸ ਹੋਣੀ ਹੋਵੇ, ਇਹ ਠੀਕ ਹੈ ਕਿ ਇਹਦੇ ਵਿੱਚ ਰਾਜਨੀਤਿਕ ਲੋਕ ਜ਼ਿੰਮੇਵਾਰ ਨੇ, ਮੁੱਖ ਮੰਤਰੀ ਵੀ ਜ਼ਿੰਮੇਵਾਰ ਹੈ, ਫਿਨਾਂਸ ਮਿਨਿਸਟਰ ਵੀ ਜ਼ਿੰਮੇਦਾਰ ਹੈ, ਲੇਕਿਨ ਸਭ ਤੋਂ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਉਹ ਸਾਡੀ ਜਿਹੜੀ ਹੈ ਚਾਹੀਦੀ ਮੰਨੀ ਜਾਣੀ ਚਾਹੀਦੀ ਹੈ। ਔਰ ਉਹਨਾਂ ਦੇ ਉੱਤੇ ਰਿਸਪੌਂਸਿਬਲ ਨੇ ਉਹਨਾਂ ਦੇ ਉੱਤੇ ਕੋਈ ਨਾ ਕੋਈ ਜਿਹੜੀ ਹੈ ਕਾਰਵਾਈ ਜਾਂ ਉਹਨਾਂ ਬਾਰੇ ਜਿਹੜਾ ਪਹੁੰਚਾਣ ਹੋਣੀ ਜਿਹੜੀ ਹੈ ਜ਼ਰੂਰੀ ਹੈ। ਗੱਲ ਜਿਹੜੀ ਹੈ ਮੰਨਣ ਵਾਲੀ ਗੱਲ ਇਹ ਹੈ ਕਿ ਅਫਸਰਸ਼ਾਹੀ ਜਿਹੜੀ ਹੈ ਉਹ ਵੇਖਦੀ ਹੈ ਮੂੰਹ ਜਿਹੜੀ ਹੈ ਰਾਜਨੀਤਿਕ ਲੋਕਾਂ ਦਾ। ਕੈਪਟਨ ਅਮਰਿੰਦਰ ਸਿੰਘ ਦੇ ਹਟਣ ਤੋਂ ਪਹਿਲਾਂ ਜਿਹੜੀ ਖਿੱਚਾਤੂਰ ਹੋ ਰਹੀ ਸੀ ਔਰ ਜਿਸ ਦੇ ਵਿੱਚ ਜਿਹੜਾ ਸੀ ਉਹ ਵੱਖ-ਵੱਖ ਪੱਧਰ ਦੇ ਉੱਤੇ ਜਿਹੜਾ ਸੀ ਉਹ ਰਾਜਨੀਤਿਕ ਤੌਰ ਦੇ ਉੱਤੇ ਕਾਰਜ ਨੂੰ ਰੋਕੇ ਸਨ। ਔਰ ਚੰਨੀ ਉਹਨਾਂ ਵੇਲੇ ਜਿਹੜਾ ਸੀ ਉਹ ਖਰਚ ਕਰਨੇ ਸ਼ੁਰੂ ਕੀਤੇ, ਲੇਕਿਨ ਉਸ ਦੇ ਵਿੱਚ ਵੀ ਗਾਈਡੈਂਸ ਕੋਈ ਨਹੀਂ ਸੀ ਕਿ ਕਿਸ ਕੰਮ ਲਈ ਜਿਹੜਾ ਪੈਸੇ ਇਸ ਵੇਲੇ ਬਚਦੇ ਨੇ ਤੇ ਖਰਚਣੇ ਨੇ। ਮੇਰਾ ਇਹ ਨਹੀਂ ਕਿ ਜਿੱਥੇ ਮਰਜ਼ੀ ਖਰਚੀ ਜਾਓ। ਇਹ ਵਿਕਾਸ ਕਾਰਜਾਂ ਦਾ ਫੰਡ ਜਿਹੜਾ ਹੈ ਉਹ ਜ਼ਰੂਰੀ ਨਹੀਂ ਕਿ ਪੰਜਾਬ ਯੂਨੀਵਰਸਿਟੀ ਪਟਿਆਲਾ ਦਾ ਜਿਹੜਾ ਫੰਡ ਜਿਹੜਾ ਹੈ ਉਹਨੂੰ ਲੋੜ ਹੈ ਤਾਂ ਉਹਨੂੰ ਦੇ ਦਿੱਤਾ ਜਾਏ ਜਾਂ ਕਿਸੇ ਹੋਰ ਕੰਮ ਲਈ ਖਰਚ ਲਿਆ ਜਾਏ। ਜਿਸ ਬਜਟ ਦੇ ਵਿੱਚ ਜਿਹੜੀ ਪ੍ਰੋਵੀਜ਼ਨ ਹੈ ਉਸ ਦੇ ਵਿੱਚ ਕਾਰਜ ਹੁੰਦੇ ਨੇ ਔਰ ਵਿਕਾਸ ਕਾਰਜ ਜਿਹੜੇ ਨੇ ਉਹਨਾਂ ਦਾ ਟੈਂਡਰ ਤੋਂ ਲੈ ਕੇ ਉਸ ਦਾ ਠੇਕੇਦਾਰੀ ਔਰ ਉਸ ਦਾ ਦੂਜਾ ਕੰਮ ਆਪਣੇ ਆਪ ਤੇ ਲੰਬਾ ਹੈ, ਜਿਸ ਦੇ ਵਿੱਚ ਜਿੱਥੇ ਪੰਜਾਬ ਦੇ ਲੋਕ ਫੇਲ ਹੋਏ ਨੇ ਉੱਥੇ ਨਾਲ ਹੀ ਨਾਲ ਜਿਹੜਾ ਹੈ ਉਹ ਅਫਸਰਸ਼ਾਹੀ ਦੀ ਜਿਹੜੀ ਹੈ ਉਹ ਲਾਪਰਵਾਹੀ ਵੀ ਜਿਹੜੀ ਹੈ ਉਹਨੂੰ ਅੱਖੋਂ ਲੈ ਨਹੀਂ ਕਰ ਸਕਦੇ। ਲੇਕਿਨ ਇੱਕ ਗੱਲ ਜ਼ਰੂਰ ਹੈਰਾਨੀ ਵਾਲੀ ਗੱਲ ਹੈ ਕਿ ਜਿਸ ਵੇਲੇ ਜਿਹੜੀ ਹੈ ਬਜਟ ਦੀ ਗੱਲ ਹੁੰਦੀ ਸੀ, ਪੈਸੇ ਦੀ ਗੱਲ ਹੁੰਦੀ ਸੀ, ਉਸ ਵੇਲੇ ਹਮੇਸ਼ਾ ਹੀ ਉਸ ਵੇਲੇ ਦੇ ਫਾਈਨਾਂਸ ਮਿਨਿਸਟਰ
ਮਨਪ੍ਰੀਤ ਬਾਦਲ ਜਿਹੜੇ ਸਨ ਉਹ ਕਹਿੰਦੇ ਸੀ ਕਿ ਖਜ਼ਾਨਾ ਖਾਲੀ ਹੈ, ਕੋਈ ਪੈਸਾ ਨਹੀਂ ਜਿਹੜਾ ਖਰਚਣ ਲਈ ਹੋਵੇ। ਲੇਕਿਨ ਜੇਕਰ ਕੋਈ ਪੈਸਾ ਜਿਹੜਾ ਆਇਆ ਵੱਖ-ਵੱਖ ਗ੍ਰਾਂਟਾਂ ਦੇ ਉੱਤੇ, ਉਹਦੇ ਵਿੱਚ ਜਿੱਥੇ ਜਿੱਥੇ ਖਰਚਿਆ ਜਾ ਸਕਦਾ ਸੀ ਉਹ ਖਰਚਣ ਨਾਲ ਨਾ ਮਨਪ੍ਰੀਤ ਬਾਦਲ ਵੱਲੋਂ ਸੰਜੀਦਗੀ ਦਿਖਾਈ ਗਈ, ਨਾ ਉਸ ਵੇਲੇ ਦੇ ਫਾਈਨੈਂਸ਼ੀਅਲ ਕਮਿਸ਼ਨਰ ਔਰ ਫਾਈਨਾਂਸ ਸੈਕਟਰੀ ਔਰ ਡਿਵੈਲਪਮੈਂਟ ਕਮਿਸ਼ਨਰ ਜਿਹੜੇ ਨੇ ਉਹ ਸਾਰੇ ਜਿਹੜੇ ਨੇ ਉਹਦੇ ਵਿੱਚ ਲਾਪਰਵਾਹੀ ਵਰਤਦੇ ਗਏ। ਔਰ ਜਦੋਂ ਮੁੱਖ ਮੰਤਰੀ ਆਇਆ ਤੇ ਉਸ ਵੇਲੇ ਇੰਝ ਲੱਗਦਾ ਜਿਵੇਂ ਉਹਨਾਂ ਨੂੰ ਗਾਈਡ ਹੀ ਨਹੀਂ ਕੀਤਾ ਗਿਆ। ਉਹ ਜਿੱਥੇ ਗਏ ਅਨਾਉਂਸ ਕਰੀ ਗਏ, ਜਿੱਥੇ ਗਏ ਅਨਾਉਂਸ ਕਰੀ ਗਏ, ਔਰ ਬਗੈਰ ਨਿਯਮਾਂ ਤੋਂ, ਬਗੈਰ ਕਿਸੇ ਸਿਸਟਮ ਤੋਂ ਅਨਾਉਂਸ ਕਰੀ ਗਏ, ਉਹ ਵੀ ਫੇਲਿਅਰ ਹੋ ਗਈ। ਸੋ ਅਜਿਹੀ ਗੱਲ ਦੇ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਉਹ ਪੀਰੀਅਡ ਰਿਹਾ ਹੈ ਜਿਹਦੇ ਵਿੱਚ ਪੰਜਾਬ ਦੀ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਉਹ ਕੋਲੈਪਸ ਕਰ ਗਈ ਸੀ। ਪਰ ਉਹ ਕੋਲੈਪਸ ਹੋਣ ਕਰਕੇ ਜਿਹੜਾ ਇਹ ਪੈਸਾ ਜਿਹੜਾ ਹੈ ਸਾਰੇ ਦਾ ਸਾਰਾ ਜਿਹੜਾ ਬਚ ਗਿਆ, ਜਿਹੜਾ ਡਿਵੈਲਪਮੈਂਟ ਲਈ ਪੰਜਾਬ ਦੇ ਲਈ ਖਰਚਿਆ ਜਾਣਾ ਸੀ। ਤੇ ਜੇ ਮੰਨ ਲਈਏ ਕਿ ਰਾਜਨੀਤਿਕ ਲੋਕਾਂ ਦੀ ਜਿਹੜੀ ਇੱਛਾ ਹੁੰਦੀ ਹੈ ਕਿ ਇਲੈਕਸ਼ਨ ਦੇ ਨੇੜੇ ਪੈਸਾ ਖਰਚਾਓ, ਡਿਵੈਲਪਮੈਂਟ ਕਰੋ, ਸੜਕ ਬਣਾਉਣੀ ਹੈ ਤੇ ਇਲੈਕਸ਼ਨ ਦੇ ਨੇੜੇ ਬਣਾਓ, ਕਿਉਂਕਿ ਥੋੜੇ ਚਿਰ ਬਾਅਦ ਜਿਹੜੀ ਹੈ ਉਹ ਟੁੱਟ ਜਾਣੀ ਹੁੰਦੀ ਹੈ। ਸੋ ਇਸ ਗੱਲ ਦਾ ਜਿਹੜੇ ਯਤਨ ਸਨ ਉਹਨਾਂ ਜਿਹੜਾ ਰਾਜਨੀਤਿਕ ਤੌਰ ਦੇ ਉੱਤੇ ਵੀ, ਅਫਸਰਸ਼ਾਹੀ ਦੇ ਤੌਰ ਤੇ ਵੀ ਬਹੁਤ ਵੱਡਾ ਜਿਹੜਾ ਨੁਕਸਾਨ ਹੋਇਆ ਹੈ। ਔਰ ਉਹਦੇ ਵਿੱਚ ਜੇਕਰ ਸਰਕਾਰੀ ਪੱਧਰ ਤੇ ਕੋਈ ਐਕਸ਼ਨ ਨਹੀਂ ਬਣਦਾ ਤੇ ਮੇਰੇ ਹਿਸਾਬ ਦੇ ਨਾਲ ਪਬਲਿਕ ਜਿਹੜੀ ਹੈ ਉਹ ਕਮਿਸ਼ਨਰ ਸਥਾਪਿਤ ਹੋਣਾ ਚਾਹੀਦਾ ਹੈ ਔਰ ਇਹਦੀ ਜ਼ਿੰਮੇਵਾਰੀ ਫਿਕਸ ਹੋਣੀ ਚਾਹੀਦੀ ਹੈ ਕਿ ਕੀ ਰਾਜਨੀਤਿਕ ਲੋਕ ਕਿੰਨੇ ਕੁ ਜ਼ਿੰਮੇਵਾਰ ਨੇ, ਅਫਸਰਸ਼ਾਹੀ ਕਿੰਨੀ ਕੁ ਜ਼ਿੰਮੇਵਾਰ ਹੈ, ਕੇਂਦਰ ਸਰਕਾਰ ਕਿੰਨੀ ਕੁ ਜ਼ਿੰਮੇਵਾਰ ਹੈ। ਇਹ ਸਾਰਿਆਂ ਦਾ ਜਿਹੜੀ ਇੱਕ ਜ਼ਿੰਮੇਵਾਰੀ ਨਿਰਧਾਰਿਤ ਹੋ ਕੇ ਜੇਕਰ ਸਰਕਾਰੀ ਪੱਧਰ ਤੇ ਨਹੀਂ ਹੋ ਸਕਦਾ ਤੇ ਇਸ ਗੱਲ ਲਈ ਗੈਰ ਸਰਕਾਰੀ ਪੱਧਰ ਦੇ ਉੱਤੇ ਜਿਹੜੇ ਇਕਨੋਮਿਕਸ ਦੇ, ਫਾਈਨਾਂਸ ਦੇ ਜਿਹੜੇ ਐਕਸਪਰਟ ਪ੍ਰੋਫੈਸਰ ਨੇ ਉਹਨਾਂ ਕਮੇਟੀ ਬਣਾ ਕੇ ਐਨਜੀਓ ਦੇ ਤੌਰ ਉੱਤੇ ਸਾਰੀ ਗੱਲ ਜਿਹੜੀ ਹੈ ਸਾਹਮਣੇ ਜਿਹੜੀ ਉਹ ਲਿਆਉਣੀ ਚਾਹੀਦੀ ਹੈ, ਤਾਂ ਆਉਣ ਵਾਲੇ ਸਮੇਂ ਵਿੱਚ ਵੀ ਪੰਜਾਬ ਦੇ ਨਾਲ, ਵੀ ਲੋਕਾਂ ਦੇ ਨਾਲ, ਪੰਜਾਬ ਦੇ ਹਿੱਤਾਂ ਦੇ ਨਾਲ ਜਿਹੜਾ ਖਿਲਵਾੜ ਨਾ ਕੀਤਾ ਜਾ ਸਕੇ। ਬਿਲਕੁਲ ਸਰ, ਤੁਹਾਡੀ ਗੱਲ ਠੀਕ ਹੈ ਕਿ ਲੋਕਾਂ ਨੂੰ ਇਹ ਗੱਲ ਦਾ ਪਤਾ ਲੱਗਣਾ ਚਾਹੀਦਾ ਵੀ ਕੈਪਟਨ ਅਮਰਿੰਦਰ ਸਿੰਘ ਕਿਹੜੇ ਸਰਾਣੇ ਥੱਲੇ 53,000 ਕਰੋੜ ਰੁਪਇਆ ਕਿਉਂ ਸਾਂਭੀ ਬੈਠੇ ਰਹੇ, ਤੇ ਕੈਪਟਨ ਅਮਰਿੰਦਰ ਸਿੰਘ ਦੇ ਵਜ਼ੀਰ ਜਿਹੜੇ ਸੀ ਮਨਪ੍ਰੀਤ ਸਿੰਘ ਬਾਦਲ ਉਹ ਕਿਉਂ ਭਰਾ ਹੋਣ ਦੇ ਬਾਅਦ, ਇੰਨਾ ਪੈਸਾ ਪਿਆ ਹੋਣ ਦੇ ਬਾਵਜੂਦ ਕਹਿੰਦੇ ਰਹੇ ਕਿ ਭਾਈ ਖਜ਼ਾਨਾ ਖਾਲੀ ਆ, ਖਜ਼ਾਨਾ ਖਾਲੀ ਆ। ਇਹਨਾਂ ਚੀਜ਼ਾਂ ਦੇ ਹਿਸਾਬ ਤੇ ਇਹਨਾਂ ਸਵਾਲਾਂ ਦੇ ਜਵਾਬ ਵੀ ਜਿਹੜੇ ਹੁਣ ਫਿਰ ਜੇ ਸਰਕਾਰਾਂ ਨਹੀਂ ਮੰਗਦੀਆਂ ਤਾਂ ਭਾਈ ਫਿਰ ਲੋਕਾਂ ਨੂੰ ਜਿਹੜੇ ਆ ਜ਼ਰੂਰ ਮੰਗਣੇ ਚਾਹੀਦੇ ਨੇ। ਹਮੇਸ਼ਾ ਪਬਲਿਕ ਕਮਿਸ਼ਨ ਇੱਕ ਵਾਰੀ ਬੰਦਾ ਹੈ, ਉਹ ਪਬਲਿਕ ਕਮਿਸ਼ਨ ਕੋਲੇ ਜਵਾਬਦੇਹੀ ਹੋਏਗੀ। ਜੀ ਬਿਲਕੁਲ ਜੀ, ਬਿਲਕੁਲ। ਤਾਂ ਸਰ ਅਗਲੀ ਖਬਰ ਜਿਹੜੀ ਹੈ ਜੀ ਕੋਟਕਪੁਰਾ ਗੋਲੀकांड ਮਾਮਲੇ ਦੇ ਵਿੱਚ ਜੁੜੀ ਹੋਈ ਹੈ। ਕੋਟਕਪੁਰਾ ਗੋਲੀकांड ਮਾਮਲੇ ਦੇ ਵਿੱਚ ਚਲਾਨ ਇੱਕ ਸਰਕਾਰ ਦੇ ਵੱਲੋਂ ਪੇਸ਼ ਕਰ ਦਿੱਤਾ ਗਿਆ ਸੀ, ਜਿਸ ਦੇ ਵਿੱਚ ਉਸ ਸਮੇਂ ਦੇ ਤਤਕਾਲੀ ਸੀਐਮ ਪ੍ਰਕਾਸ਼ ਸਿੰਘ ਬਾਦਲ ਤੇ ਤਤਕਾਲੀ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਸਮੇਤ ਹੋਰ ਵੱਡੇ ਵੱਡੇ ਅਫਸਰਾਂ ਦਾ ਨਾਮ ਸੀਗਾ ਕਿ ਉਹਦੇ ਵਿੱਚ ਜਿਹੜੀ ਸਮਨਿੰਗ ਜਿਹੜੀ ਆ ਉਹ 23 ਮਾਰਚ ਨੂੰ ਪੇਸ਼ੀ ਦੇ ਲਈ ਹੋਈ ਸੀਗੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਹੋਣਾ ਨੂੰ। ਤੇ ਉਸ ਮਾਮਲੇ ਦੇ ਵਿੱਚ ਜੀ ਹੁਣ ਇੱਕ ਅਗਾਊਂ ਜ਼ਮਾਨਤ ਜਿਹੜੀ ਆ ਦੋਵੇਂ ਪਿਓ ਪੁੱਤ ਬਾਦਲਾਂ ਦੇ ਵੱਲੋਂ ਜਿਹੜੀ ਆ ਉਹ ਫਰੀਦਕੋਟ ਦੀ ਅਦਾਲਤ ਦੇ ਵਿੱਚ ਐਪਲੀਕੇਸ਼ਨ ਪਾਈ ਗਈ ਹੈ ਜੀ। ਤੇ ਪੇਸ਼ੀ ਉਹਦੇ ਵਿੱਚ ਤੇ ਸੁਣਵਾਈ ਜਿਹੜੀ ਆ ਆਉਣ ਵਾਲੇ 14 ਮਾਰਚ ਨੂੰ ਹੁਣ ਤੋਂ 5 ਦਿਨ ਬਾਅਦ ਜਿਹੜੀ ਆ ਹੋਣੀ ਹੈ। ਸਰ ਕਿਵੇਂ ਦੇਖਦੇ ਹੋ ਸਰ, ਕੀ ਲੱਗ ਰਿਹਾ ਵੀ ਗ੍ਰਿਫਤਾਰੀ ਦੀ ਜਿਹੜੀ ਇੱਕ ਉਹਨਾਂ ਨੂੰ ਕੋਈ ਸੂਹ ਲੱਗ ਗਈ ਸੀ ਜਾਂ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਭਾਈ ਵੀ ਹੁਣ ਤਲਵਾਰ ਗ੍ਰਿਫਤਾਰੀ ਦੀ ਡਿੱਗੀ ਲੈ ਤਾਂ ਕਰਕੇ ਗਏ ਨੇ, ਜਾਂ ਕਿਵੇਂ ਦੇਖਦੇ ਹੋ ਸਰ ਉਸ ਮਸਲੇ ਨੂੰ? ਦੇਖੋ, ਇਹ ਜਿਹੜੀ ਸੁਭਾਵਿਕ ਪ੍ਰਕਿਰਿਆ ਹੈ ਕਿ ਜਿਸ ਵੇਲੇ ਚਲਾਨ ਪੇਸ਼ ਹੁੰਦਾ ਹੈ ਉਸ ਵੇਲੇ ਬੁਲਾਇਆ ਜਾਂਦਾ ਹੈ, ਉਹਦੇ ਵਿੱਚ ਗ੍ਰਿਫਤਾਰੀ ਦਾ ਖਦਸ਼ਾ ਹਮੇਸ਼ਾ ਹੀ ਜਿਹੜਾ ਉਹ ਸਾਹਮਣੇ ਆਉਂਦਾ ਹੈ। ਔਰ ਇਹਦੇ ਵਿੱਚ ਜਿਹੜੀ ਹੈ ਜ਼ਮਾਨਤਾਂ ਲੈਣ ਦਾ, ਅਗਾਊਂ ਜ਼ਮਾਨਤਾਂ ਲੈਣ ਦਾ ਜਿਹੜੀ ਹੈ ਇੱਕ ਆਪਣੀ ਵਕੀਲਾਂ ਦੀ ਜਿਹੜੀ ਹੈ ਟ੍ਰੈਡੀਸ਼ਨ ਹੈ। ਔਰ ਇਸ ਦੇ ਵਿੱਚ ਜਦੋਂ ਭਗਵੰਤ ਮਾਨ ਹੋਰੀ ਔਰ ਬਾਕੀ ਜਿਹੜੇ ਨੇ ਆਮ ਆਦਮੀ ਪਾਰਟੀ ਵਾਲੇ ਅਸੈਂਬਲੀ ਤੇ ਅਸੈਂਬਲੀ ਤੋਂ ਬਾਹਰ ਵੀ ਇਹ ਕਹਿੰਦੇ ਨੇ ਅਸੀਂ ਤਾਂ ਜੇ ਇਹਨਾਂ ਨੂੰ ਅੰਦਰ ਦੇ ਦੇਣਾ, ਅਸੀਂ ਇਹਨਾਂ ਨੂੰ ਇਹ ਕਰ ਦੇਣਾ, ਜਾਂ ਵੱਖ-ਵੱਖ ਪੱਧਰਾਂ ਦੇ ਉੱਤੇ ਅਜਿਹੀ ਚਰਚਾ ਹੁੰਦੀ ਹੈ ਤੇ ਉਹਦੇ ਵਿੱਚ ਕਾਨੂੰਨੀ ਜਿਹੜੀ ਹੈ ਰੈਮੇਡੀ ਲੈਣ ਦਾ ਜਿਹੜਾ ਪ੍ਰਵਧਾਨ ਹੈ ਉਸ ਨੂੰ ਜਿਹੜਾ ਵਰਤਣਾ ਜਿਹੜਾ ਬਾਦਲਾਂ ਨੇ ਜ਼ਰੂਰ ਵਰਤਣਾ ਸੀ। ਔਰ ਵਰਤਨ ਕੇ ਜੇਕਰ ਇਹ ਗੱਲ ਮੰਨ ਲਈ ਜਾਏ, ਜਿਹਦੇ ਚਾਂਸਸ ਵੀ ਜ਼ਿਆਦਾ ਨੇ ਕਿ ਉਹ ਜਿਹੜੀ ਹੈ ਰਿਲੀਫ ਕੋਰਟ ਤੋਂ, ਜੇ ਲੋਅਰ ਕੋਰਟ ਤੋਂ ਨਹੀਂ ਮਿਲਦੀ, ਹਾਈ ਕੋਰਟ ਤੱਕ ਜਾਣ ਤੱਕ, ਸੁਪਰੀਮ ਕੋਰਟ ਤੱਕ ਜਾਣ ਤੱਕ ਉਹਨਾਂ ਨੇ ਆਪਣਾ ਟਾਈਮ ਜਿਹੜਾ ਗੇਨ ਕਰ ਲਿਆ। ਤੇ ਜੇਕਰ ਉਹ ਬਲੈਂਕਟ ਬੇਲ ਲੈ ਕੇ 23 ਤੱਕ ਜਿਹੜਾ ਪੇਸ਼ ਹੋ ਕੇ ਵੀ ਤੇ ਉਸ ਤੋਂ ਬਾਅਦ ਜਿਹੜਾ ਉਹ ਬੇਲ ਲੈ ਲੈਂਦੇ ਨੇ, ਤੇ ਫਿਰ ਜਿਹੜੀ ਗੱਲ ਕਮਲ ਵਿਜੇ ਪ੍ਰਤਾਪ ਹੋਰੀ ਕਹਿੰਦੇ ਨੇ ਕਿ ਚਲਾਨ ਜਾਂ ਦੂਜਿਆਂ ਵਿੱਚ ਕੁਝ ਨਹੀਂ ਹੋਣਾ, ਇਹ ਸਾਰੀ ਜਿਹੜੀ ਹੈ ਕਾਨੂੰਨੀ ਪ੍ਰਕਿਰਿਆ ਤੇ ਇਹ ਸਾਰਿਆਂ ਦੇ ਜਿਹੜੇ ਨੇ ਚਲਾਨ ਜਿਹੜੇ ਨੇ ਇੰਨੇ ਕੁ ਲੂਪ ਹੋਲ ਨੇ ਕਿ ਇਹਦੇ ਵਿੱਚ ਜਿਹੜਾ ਬਾਦਲਾਂ ਦੇ ਕੋਈ ਐਕਸ਼ਨ ਨਹੀਂ ਬਣਨਾ। ਤੇ ਇੰਝ ਲੱਗਦਾ ਹੈ ਕਿ ਇਹ ਇਸ ਮਾਮਲੇ ਵਿੱਚ ਵੀ ਸ਼ਾਇਦ ਕਮਲ ਵਿਜੇ ਪ੍ਰਤਾਪ ਦੇ ਅਨੁਮਾਨ ਮੁਤਾਬਕ ਇਹਦੇ ਵਿੱਚ ਵੀ ਜਿਹੜਾ ਜ਼ਮਾਨਤ ਹੋ ਕੇ ਤੇ ਕੁਝ ਨਹੀਂ ਬਣਨਾ, ਕਿਉਂਕਿ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਇੰਨੀ ਲੰਬੀ ਡੇਟ ਜਿਹੜੀ ਆ ਦੇਣੀ, ਕਿ ਮਹੀਨਾ ਉਹਨਾਂ ਨੂੰ ਦੇ ਦੇਣਾ
ਕਿ ਤੁਸੀਂ ਜ਼ਮਾਨਤਾਂ ਲਈ ਪ੍ਰਬੰਧ ਕਰ ਲਓ। ਜੇ ਚਲਾਨ ਪੇਸ਼ ਕਰਕੇ 2 ਦਿਨ 4 ਦਿਨ ਦੀ ਗੱਲ ਹੁੰਦੀ ਤੇ ਸ਼ਾਇਦ ਉਹ ਰੈਮੇਡੀ ਉਹਨਾਂ ਨੂੰ ਜੇ ਸੈਸ਼ਨ 'ਚ ਜ਼ਮਾਨਤ ਰੱਦ ਹੋ ਜਾਏ ਤੇ ਫਿਰ ਅੱਗੇ ਜਿਹੜੀ ਹਾਈ ਕੋਰਟ 'ਚ ਰੱਦ ਹੋ ਜਾਏ, ਮਤਲਬ ਸੁਪਰੀਮ ਕੋਰਟ ਤੱਕ ਖੁੱਲਾ ਟਾਈਮ ਦੇ ਦਿੱਤਾ ਹੈ ਤੇ ਸੁਪਰੀਮ ਕੋਰਟ ਤੱਕ ਜ਼ਿਆਦਾ ਚਾਂਸਸ ਇਹ ਨੇ ਜ਼ਮਾਨਤ ਜਿਹੜੀ ਹੈ ਮਿਲਣ ਲਈ ਕਾਨੂੰਨੀ ਪ੍ਰਕਿਰਿਆ ਦਾ ਜਿਹੜਾ ਇੱਕ ਆਧਾਰ ਬਣ ਗਿਆ ਹੈ। ਔਰ ਖੁੱਲੇ ਟਾਈਮ ਦੇ ਵਿੱਚ ਉਹ ਸਾਰੇ ਜਿਹੜੇ ਨੇ ਪੈਸਾ ਉਹਨਾਂ ਦੇ ਕੋਲ ਹੈ, ਪੈਸਾ ਖਰਚ ਸਕਦੇ ਨੇ, ਵਕੀਲ ਵਧੀਆ ਤੋਂ ਵਧੀਆ ਲੈ ਸਕਦੇ ਨੇ ਔਰ ਉਹਨਾਂ ਨੂੰ ਕਿਉਂਕਿ ਇਸ ਵੇਲੇ ਸਰਵਾਈਵਲ ਦਾ ਮਸਲਾ ਹੈ ਉਹਦੇ ਲਈ ਉਹ ਪੂਰੀ ਤਨਦੇਹੀ ਦੇ ਨਾਲ ਉਹਨਾਂ ਲੜਾਈ ਕਰਨੀ ਹੈ। ਸਾਡੇ ਸਰਕਾਰੀ ਵਕੀਲ ਜਿਹੜੇ ਨੇ ਉਹ ਇਸ ਕੇਸ ਵਿੱਚ ਕਿੰਨੇ ਕੁ ਨਾਲ ਜਿਹੜੇ ਨੇ ਉਹ ਸਿੰਸੀਅਰਲੀ ਨਾਲ ਚੱਲਦੇ ਨੇ, ਇਹਨਾਂ ਦੇ ਉੱਤੇ ਪ੍ਰਸ਼ਨ ਚਿੰਨ੍ਹ ਹੈ। ਸੋ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਸ ਗੱਲ ਤੇ ਜਿਹੜੀ ਕੁਝ ਸਮੇਂ ਦੇ ਵੇਲੇ ਹੀ ਸਾਨੂੰ ਸੰਤੁਸ਼ਟੀ ਜੀ ਮਿਲਦੀ ਸੀ ਕਿ ਚਲਾਨ ਪੇਸ਼ ਹੋ ਗਿਆ, ਚਲਾਨ ਪੇਸ਼ ਹੋ ਗਿਆ, ਉਹ ਚਲਾਨ ਪੇਸ਼ ਹੋ ਕੇ ਜੇ ਜ਼ਮਾਨਤ ਮਿਲ ਜਾਂਦੀ ਹੈ ਤੇ ਸਮਝੋ ਕਿ ਆਪਣੇ ਆਪ ਵਿੱਚ ਕਟਾਈ 'ਚ ਜਿਹੜਾ ਮਸਲਾ ਪੈਣ ਵਾਲੀ ਗੱਲ ਹੈ। ਸੋ ਅਜੇ ਤਾਂ ਅਸੀਂ ਵੇਟ ਐਂਡ ਸੀ ਵਾਲੀ ਗੱਲ ਜਿਹੜੀ ਆ ਉਹ ਕਹਿ ਸਕਦੇ ਹਾਂ। ਬਿਲਕੁਲ ਸਰ, ਤੁਹਾਡੀ ਗੱਲ ਇਹ ਵੀ ਠੀਕ ਹੈ ਕਿ ਜੇਕਰ ਉਹਨਾਂ ਨੂੰ ਪਹਿਲਾਂ ਹੀ ਜ਼ਮਾਨਤ ਇਸ ਮਸਲੇ ਦੇ ਵਿੱਚ ਮਿਲ ਜਾਂਦੀ ਹੈ ਤਾਂ ਫਿਰ ਕੁੰਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਦੀ ਜਿਹੜੀ ਗੱਲ ਸੀ ਕਿ ਭਾਈ ਚਲਾਨ ਬੜੇ ਵੀਕ ਪੇਸ਼ ਕੀਤੇ ਗਏ ਨੇ ਤੇ ਉਹਨਾਂ ਦੇ ਵਿੱਚ ਉਹਨਾਂ ਨੂੰ ਜ਼ਮਾਨਤ ਮਿਲ ਜਾਣੀ ਹੈ ਜਾਂ ਉਹਨਾਂ ਨੇ ਬਰੀ ਹੋ ਜਾਣਾ, ਉਹਨਾਂ ਗੱਲਾਂ ਦੇ ਉੱਤੇ ਵੀ ਫਿਰ ਲੱਗਦਾ ਕਿ ਮੋਹਰ ਲੱਗਦੀ ਦਿਖਾਈ ਦੇਊਗੀ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਜ਼ਮਾਨਤ ਅਗਾਊਂ ਜ਼ਮਾਨਤ ਜਾਂ ਜਿਹੜੀ ਇਸ ਦੇ ਵਿੱਚ ਮਿਲ ਜਾਂਦੀ ਹੈ। ਵੇਖੋ ਜੀ, ਪਹਿਲੀ ਪੱਧਰ ਦੇ ਉੱਤੇ ਇੰਨੀ ਲੰਬੀ ਤਰੀਕ ਦਿੱਤੀ ਜਿਹੜੀ ਗਈ ਹੈ ਉਹ ਹੀ ਆਪਣੇ ਆਪ ਹੀ ਜਿਹੜੀ ਹੈ ਉਹ ਸਵਾਲ ਸਰ ਵਾਕਿਆ ਜੀ ਤੁਹਾਡੀ ਗੱਲ ਠੀਕ ਹੈ ਕਿ ਉਹਦੇ ਤੇ ਸਵਾਲ ਵੀ ਖੜੇ ਹੁੰਦੇ ਨੇਗੇ ਕਿ ਸਮਾਂ ਜਿਹੜਾ ਇਹਨਾਂ ਦਿੱਤਾ ਜਾ ਰਿਹਾ ਕਿ ਭਾਈ ਤੁਸੀਂ ਭੱਜ ਲਓ, ਜਿੱਧਰ ਜਾ ਸਕਦੇ ਹੋ ਚਲੇ ਜਾਓ। ਤਾਂ ਸਰ ਅਗਲਾ ਸਵਾਲ ਜਿਹੜਾ ਜੀ, ਅਗਲਾ ਸਵਾਲ ਸੀਐਮ ਭਗਵੰਤ ਮਾਨ ਹੋਣਾ ਦੇ ਨਾਲ ਤੇ ਉਹਨਾਂ ਦੇ ਨਾਲ ਜੁੜਿਆ ਹੋਇਆ। ਅੱਜ ਦੇਸ਼ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਜੀ ਜਿਹੜੇ ਨੇ ਉਹ ਪੰਜਾਬ ਆਏ ਸੀ, ਅੰਮ੍ਰਿਤਸਰ ਉਹਨਾਂ ਨੇ ਮੱਥਾ ਟੇਕਿਆ। ਉੱਥੇ ਸਵਾਗਤ ਜਿਹੜਾ ਸੀਐਮ ਭਗਵੰਤ ਮਾਨ ਅਤੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਹੋਣਾ ਨੇ ਮਿਲ ਕੇ ਕੀਤਾ ਜੀ। ਉੱਥੇ ਬੁੱਕੇ ਦਿੰਦੇ ਦਿਖਾਈ ਦਿੱਤੇ ਜਦੋਂ ਰਾਸ਼ਟਰਪਤੀ ਸਾਹਿਬਾ ਉੱਥੇ ਪਹੁੰਚੇ। ਤਾਂ ਕੀ ਲੱਗ ਰਿਹਾ ਸਰ, ਤਸਵੀਰਾਂ ਤੁਸੀਂ ਵੀ ਦੇਖੀਆਂ ਹੋਣੀਆਂ, ਅਸੀਂ ਵੀ ਦੇਖੀਆਂ ਨੇ ਕਿ ਮਾਹੌਲ ਬੜਾ ਸਖਾਵਾਂ ਸੀ, ਗੁਰਬਾਣੀ ਸਰਵਣ ਕੀਤੀ ਗਈ ਦਰਬਾਰ ਸਾਹਿਬ ਜਾ ਕੇ ਇਕੱਠਿਆਂ ਨੇ ਤੇ ਗਵਰਨਰ ਸਾਹਿਬ ਤੇ ਸੀਐਮ ਸਾਹਿਬ ਉੱਥੇ ਇਕੱਠੇ ਜਿਹੜੇ ਆ ਸਵਾਗਤ ਕਰਦੇ ਦਿਖਾਈ ਦਿੱਤੇ, ਬੁੱਕੇ ਦਿੰਦੇ ਦਿਖਾਈ ਦਿੱਤੇ। ਕੀ ਲੱਗਦਾ ਕਿ ਖਟਾਸ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਤਲਖੀ ਵਧੀ ਸੀ ਉਹ ਖਤਮ ਹੋ ਗਈ, ਹੁਣ ਕੋਈ ਸੁਲ੍ਹਾ ਲੱਗਦਾ ਕਿ ਹੋਈ ਆਪਸ ਦੇ ਵਿੱਚ? ਦੇਖੋ, ਇਹਦੇ ਨਾਲ ਕੋਈ ਸੰਬੰਧ ਨਹੀਂ। ਪ੍ਰੋਟੋਕੋਲ ਦੇ ਵਿੱਚ ਜਦੋਂ ਰਾਸ਼ਟਰਪਤੀ ਜਿਹੜਾ ਹੈ ਉਹ ਜਿਸ ਸੂਬੇ 'ਚ ਵੀ ਜਾਂਦਾ ਹੈ ਉਹ ਸੂਬੇ ਦੇ ਮੁੱਖ ਮੰਤਰੀ ਔਰ ਗਵਰਨਰ ਨੇ ਉਹਨੂੰ ਜਿਹੜਾ ਪ੍ਰੋਟੋਕੋਲ 'ਚ ਵੈਲਕਮ ਵੀ ਕਰਨਾ ਹੁੰਦਾ ਹੈ। ਔਰ ਕੁਝ ਜਿਹੜੀ ਹੈ ਲੋਕਾਚਾਰੀ ਜਿਹੜੀ ਹੈ, ਸਿਰਫ ਇਹ ਲੋਕਾਚਾਰ ਇੱਕ ਵਾਰੀ ਹੈ ਉਹ ਜ਼ਰੂਰ ਆਈ ਸੀ। ਇਸ ਵੇਲੇ ਅਬਦੁਲ ਕਲਾਮ ਸਨ, ਉਹ ਰਾਸ਼ਟਰਪਤੀ, ਉਹ ਜਦੋਂ ਅੰਮ੍ਰਿਤਸਰ ਆਏ ਸਨ ਤੇ ਉਸ ਵੇਲੇ ਹਰਿਮੰਦਰ ਸਾਹਿਬ ਦੇ ਰਿਸੈਪਸ਼ਨ ਜਿਹੜਾ ਬਣੀ ਹੈ ਆਪਣਾ ਇਨਫੋਰਮੇਸ਼ਨ ਸੈਂਟਰ, ਉਹਦੇ ਤੇ ਸਾਹਮਣੇ ਜਿਹੜੀ ਸਟੇਜ ਲਾ ਕੇ ਉੱਤੇ ਰਾਸ਼ਟਰਪਤੀ ਦਾ ਉੱਥੇ ਜਿਹੜਾ ਸੀ ਸਨਮਾਨ ਕੀਤਾ ਗਿਆ ਸੀ। ਉਸ ਵੇਲੇ ਜਿਹੜਾ ਸੀ ਕੈਪਟਨ ਅਮਰਿੰਦਰ ਸਿੰਘ ਔਰ ਜਿਹੜਾ ਹੈ ਆਪਣਾ ਗਵਰਨਰ, ਉਹਨਾਂ ਦਾ ਆਪੋ ਜਿਹੜਾ ਥੋੜਾ ਜਿਹਾ ਵਿਰੋਧ ਜਿਹੜਾ ਨਜ਼ਰ ਆਉਂਦਾ ਸੀ। ਤੇ ਉਸ ਵੇਲੇ ਜਿਹੜਾ ਹੈ ਉਹ ਅਬਦੁਲ ਕਲਾਮ ਉਹਨਾਂ ਨੇ ਕਿਹਾ ਕਿ ਇਹ ਗੱਲਾਂ ਜਿਹੜੀਆਂ ਨੇ ਖਤਮ ਹੋਣੀਆਂ ਚਾਹੀਦੀਆਂ ਨੇ ਤੇ ਦੋਨਾਂ ਦੇ ਹੱਥ ਮਿਲਾ ਕੇ ਗੱਲ ਜਿਹੜੀ ਹੈ ਸਪਸ਼ਟ ਕੀਤੀ। ਸੋ ਇਹ ਪ੍ਰੋਟੋਕੋਲ ਦੀ ਗੱਲ ਹੈ, ਜ਼ਰੂਰੀ ਨਹੀਂ ਕਿ ਗੱਲ ਹੋਈ ਹੋਵੇ ਤੇ ਮਿਲੇ ਹੁੰਦਾ, ਮਤਲਬ ਇਹ ਵੀ ਨਹੀਂ ਕਿ ਉਹਨਾਂ ਦੀ ਗੱਲਾਂ ਮੁੱਕੀਆਂ ਹੋਣ, ਕਿਉਂਕਿ ਪਿੱਛੇ ਜੇਕਰ ਤੁਸੀਂ ਦੇਖੋਗੇ ਤੇ ਲੜਨ ਦਾ ਸਟਾਈਲ ਉਹੀ ਹੈ ਜਿਹੜਾ ਕੇਜਰੀਵਾਲ ਦਾ ਦਿੱਲੀ 'ਚ ਲੈਫਟੀਨੈਂਟ ਗਵਰਨਰ ਨਾਲ ਸਟਾਈਲ ਸੀ। ਔਰ ਉਹ ਇੱਕ ਉਹਨਾਂ ਦਾ ਜੇ ਕਹਿ ਲਓ ਕਿ ਆਮ ਆਦਮੀ ਪਾਰਟੀ ਦਾ ਇੱਕ ਜਿਹੜਾ ਹੈ ਉਹ ਨੈਸ਼ਨਲ ਸਟਾਈਲ ਹੈ ਲੜਾਈ ਦਾ, ਜਿਹੜੀ ਲੜਾਈ ਜਿਹੜੀ ਹੈ ਪੰਜਾਬ ਦੇ ਵਿੱਚ ਲੜੀ ਜਾ ਰਹੀ ਹੈ। ਪਰ ਇਹ ਗੱਲ ਮੰਨ ਕੇ ਚੱਲੋ, ਭਾਵੇਂ ਇਕੱਠੇ ਹੋਣ ਜਾਂ ਨਾ ਹੋਣ, ਲੇਕਿਨ ਜਿਹੜੀਆਂ ਚਿੱਠੀਆਂ ਗਵਰਨਰ ਸਾਹਿਬ ਨੇ ਮੁੱਖ ਮੰਤਰੀ ਨੂੰ ਲਿਖੀਆਂ ਨੇ ਉਹਨਾਂ ਦਾ ਜਵਾਬ ਤੇ ਜਿਹੜਾ ਉਹ ਗਵਰਨਰ ਸਾਹਿਬ ਨੇ ਜ਼ਰੂਰ ਲੈਣਾ ਹੈ। ਉਹਦੇ ਵਿੱਚ ਪੋਚਾ ਪਾਚੀ ਪਾ ਕੇ ਕੋਈ ਟੋਲਰੇਟ ਕਰ ਲੈਣ ਤੇ ਠੀਕ ਹੈ, ਔਰ ਉਹ ਜਵਾਬ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਹਿਸਾਬ ਨਾਲ ਦੇਣਾ ਪੈਣਾ ਹੈ। ਤੇ ਜਿੰਨਾ ਚਿਰ ਉਹ ਜਵਾਬ ਜਾਂਦਾ ਹੈ, ਜੇ ਬਿਹਾਈਂਡ ਦਾ ਸੀਨ ਕੋਈ ਫੈਸਲੇ ਜਿਹੜੇ ਨੇ ਆਪੋ 'ਚ ਕਰਕੇ ਗੱਲ ਨੂੰ ਮੁਕਾ ਲਿਆ ਜਾਏ ਤੇ ਵੱਖਰੀ ਗੱਲ ਹੈ, ਲੇਕਿਨ ਅਜੇ ਜਿਹੜਾ ਉਹਦੇ ਕੋਈ ਆਧਾਰ ਨਹੀਂ। ਉੱਥੇ ਮਿਲਣਾ, ਹੱਸ ਕੇ ਗੱਲ ਵੀ ਕਰਨੀ, ਬੁੱਕੇ ਵੀ ਦੇਣਾ, ਹੱਥ ਵੀ ਮਿਲਾਣਾ, ਇਹ ਸਾਰੀਆਂ ਗੱਲਾਂ ਇੱਕ ਰਸਮੀ ਕਾਰਵਾਈ ਨੇ, ਉਸ ਪ੍ਰੋਟੋਕੋਲ ਦਾ ਹਿੱਸਾ ਹੀ ਨੇ ਜਿਹੜੀਆਂ ਨੇ ਹਰ ਚੀਫ ਮਿਨਿਸਟਰ ਨੂੰ, ਹਰ ਗਵਰਨਰ ਨੂੰ ਨਿਭਾਉਣੀਆਂ ਪੈਂਦੀਆਂ ਨੇ ਔਰ ਉਹ ਉਹਨਾਂ ਨੇ ਨਿਭਾਈਆਂ ਨੇ। ਲੇਕਿਨ ਟਾਈਮ ਆਉਣ ਨਾਲ ਹੀ ਦੱਸਿਆ ਜਾਏਗਾ ਕਿ ਉਹ ਜਿਹੜੀ ਚਿੱਠੀਆਂ ਦੇ ਜਵਾਬ ਦੇਣੇ ਨੇ ਗਵਰਨਰ ਸਾਹਿਬ ਨੂੰ, ਉਹ ਮੁੱਖ ਮੰਤਰੀ ਸਾਹਿਬ ਕੀ ਜਵਾਬ ਦਿੰਦੇ ਨੇ ਤੇ ਉਸ ਤੋਂ ਬਾਅਦ ਉਹਦੇ ਜਿਹੜੇ ਨੇ ਕੀ ਪ੍ਰਤੀਕਰਮ ਆਉਂਦੇ ਨੇ, ਇਹ ਅਜੇ ਸਮੇਂ ਦੇ ਨਾਲ ਹੀ ਜਿਹੜਾ ਪਤਾ ਲੱਗੇਗਾ। ਪਰ ਉਹਨਾਂ ਦਾ ਉੱਥੇ ਮਿਲਣਾ ਜਿਹੜਾ ਕੋਈ ਅਹਿਮੀਅਤ ਨਹੀਂ ਰੱਖਦਾ, ਕੋਈ ਉਹਦੇ ਅਰਥ ਨਹੀਂ ਹੈ।
ਜੀ ਸਰ, ਇਸ ਦੇ ਨਾਲ ਹੀ ਜੁੜਿਆ ਇੱਕ ਹੋਰ ਸਵਾਲ ਹੈ, G20 ਸੰਮੇਲਨ ਜਿਹੜਾ ਹੈ ਜੀ ਉਹ ਵੀ ਹੋਣ ਜਾ ਰਿਹਾ ਹੈ, ਤੇ ਉਸ ਤੋਂ ਪਹਿਲਾਂ ਇਹ ਬੜੀ ਅਹਿਮ ਜਿਹੜੀ ਮੁਲਾਕਾਤ ਦੌਰਾ ਮਾਫ ਕਰਨਾ ਦੌਰਾ ਜੇ ਮੈਂ ਕਹਿ ਲਾਂ ਰਾਸ਼ਟਰਪਤੀ ਹੋਣਾ ਦਾ, ਇਹ ਬੜਾ ਅਹਿਮ ਦੌਰਾ ਸੀਗਾ ਜੀ। ਉਹ G20 ਸੰਮੇਲਨ ਜਿਹੜਾ ਉਹ ਵੀ ਅੰਮ੍ਰਿਤਸਰ ਦੇ ਵਿੱਚ ਹੋਣਾ। ਮੇਰੇ ਖਿਆਲ ਦੇ ਵਿੱਚ ਕਾਨੂੰਨ ਐਂਡ ਵਿਵਸਥਾ ਨੂੰ, ਲਾ ਐਂਡ ਆਰਡਰ ਨੂੰ ਲੈ ਕੇ ਜਿਹੜਾ ਉਹ ਇਹ ਪਹਿਲਾਂ ਵੀ ਇੱਕ ਵਿੱਚ ਜੇ ਚਰਚਾਵਾਂ ਚੱਲ ਗਈਆਂ ਸੀ, ਭਾਈ ਕੈਂਸਲ ਹੋ ਗਿਆ, ਪਰ ਬਾਅਦ ਦੇ ਵਿੱਚ ਇਹ ਗੱਲ ਸਾਫ਼ ਹੋ ਗਈ ਸੀ ਕਿ ਵੀ ਉਹਨਾਂ ਨੇ ਕੈਂਸਲ ਨਹੀਂ ਕੀਤਾ, ਕਿ ਬਾਅਦ ਦੇ ਵਿੱਚ। ਤਾਂ ਸਰ ਉਸ ਪੱਖ ਤੋਂ ਕਿਵੇਂ ਦੇਖਦੇ ਹੋ ਜੀ ਇਹਨਾਂ ਦਾ ਦੌਰਾ ਪਹਿਲਾਂ ਕਰ ਲੈਣਾ ਰਾਸ਼ਟਰਪਤੀ ਹੋਣਾ ਦਾ, ਭਾਈ ਉਸੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿੱਥੇ G20 ਸੰਮੇਲਨ ਦੀ ਮੀਟਿੰਗ ਹੋਣੀ ਹੈ? ਦੇਖੋ, ਉਹਦੇ ਵਿੱਚ ਇੱਕ ਗੱਲ ਇੱਕ ਤੇ ਆਮ ਮੰਨਿਆ ਜਾਂਦਾ ਹੈ ਕਿ ਰਾਸ਼ਟਰਪਤੀ ਜਾਂ ਕੋਈ ਗਵਰਨਰ ਜਾਂ ਚੀਫ ਮਿਨਿਸਟਰ ਜਦੋਂ ਵੀ ਅਹੁਦਾ ਸੰਭਾਲਦੇ ਨੇ, ਉਹ ਜਲਦੀ ਤੋਂ ਜਲਦੀ ਜਦੋਂ ਵੀ ਸਮਾਂ ਮਿਲੇ ਹਰਿਮੰਦਰ ਸਾਹਿਬ ਮੱਥਾ ਟੇਕਣ ਆਉਂਦੇ ਨੇ, ਦੁਰਗਿਆਨਾ ਸਾਹਿਬ ਜਾਂਦੇ ਨੇ ਜਾਂ ਜਲਿਆਂਵਾਲੇ ਬਾਗ ਜਾਂਦੇ ਨੇ। ਇੱਕ ਨਾਰਮਲ ਰੂਟੀਨ ਜਿਹੜਾ ਹੈ ਉਹਨੂੰ ਮੰਨ ਲੈਣਾ ਚਾਹੀਦਾ। ਲੇਕਿਨ ਜਿਹੜਾ ਸੰਮੇਲਨ ਹੋ ਰਿਹਾ G20, ਉਹਦੇ ਲਈ ਇੱਕ ਮਾਹੌਲ ਬਣਾਉਣ ਲਈ ਇਸ ਜਿਹੜੀ ਹੈ ਫੇਰੀ ਨੂੰ ਹੀ ਜਿਹੜਾ ਮੰਨਿਆ ਜਾ ਸਕਦਾ ਹੈ। ਲੇਕਿਨ G20 ਦੇ ਵੇਲੇ ਇਹਨਾਂ ਦੇ ਆਪਸੀ ਜਿਹੜੀ ਖਟਾਸ ਵਾਲੀ ਗੱਲ ਹੈ ਉਹਦੇ ਨਾਲ ਜਿਹੜਾ ਕੋਈ ਬਹੁਤਾ ਪ੍ਰਭਾਵ ਨਹੀਂ ਪੈਣ ਦੀ ਲੋੜ, ਕਿਉਂਕਿ ਉਹ ਵੱਖ-ਵੱਖ ਆਪਣੇ ਨਿਰਧਾਰਿਤ ਸਮੇਂ ਦੇ ਵਿੱਚ ਜਿਹੜੀ ਸਾਡੀ ਐਡਮਿਨਿਸਟ੍ਰੇਸ਼ਨ ਹੈ, ਜਿਨ੍ਹਾਂ ਦੀ ਜਿਹੜੀ ਉਹਦੇ 'ਚ ਡਿਊਟੀਜ਼ ਲੱਗੀਆਂ ਨੇ, ਜਾਂ ਜਿਵੇਂ ਇੰਦਰਬੀਰ ਸਿੰਘ ਨਿੱਜਰ ਹੋਰੀ ਉਹਦੇ ਇੰਚਾਰਜ ਨੇ, ਉਹ ਇਹਨਾਂ ਨੂੰ ਜਿਹੜਾ ਨੇ ਸੰਭਾਲਣਗੇ ਵੀ। ਔਰ ਕਦੀ ਵੀ ਅਜਿਹੀ ਗੱਲ ਨਹੀਂ ਹੋਈ ਕਿ ਅਜਿਹੇ ਇੰਟਰਨੈਸ਼ਨਲ ਇਵੈਂਟ ਜਿਹੜੇ ਹੋਣ ਉਹਦੇ ਵਿੱਚ ਕਿਸੇ ਕਿਸਮ ਦੇ ਲੋਕਾਂ ਵੱਲੋਂ ਜਿਹੜਾ ਕੋਈ ਵੱਖਰਾ ਮਾਹੌਲ ਖੁਸ਼ਗਵਾਰ ਖਰਾਬ ਕੀਤਾ ਜਾਏ। ਸੋ ਇਹ ਇੱਕ ਮਾਹੌਲ ਪੈਦਾ ਕਰਨ ਲਈ ਤਾਂ ਗੱਲ ਮੰਨੀ ਜਾ ਸਕਦੀ ਹੈ। ਇਸ ਤੋਂ ਵੱਧ ਜਿਹੜਾ ਉਹ ਵਿਜ਼ਿਟ ਜਿਹੜੀ ਹੈ ਉਹ ਇਹਨਾਂ ਦੀ ਸੁਲ੍ਹਾ ਕਰਵਾਉਣ ਲਈ ਨਹੀਂ ਮੰਨੀ ਜਾ ਸਕਦੀ, ਤੇ ਨਾ ਹੀ ਇਸ ਪੱਧਰ ਦੇ ਉੱਤੇ ਕਦੀ ਸੁਲ੍ਹਾ ਜਿਹੜੀ ਹੁੰਦੀ ਹੈ। ਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਸਰ, ਕਿ ਇਸ ਨੂੰ ਸੁਲ੍ਹਾ ਦੇ ਪੱਖ ਤੋਂ ਤਾਂ ਨਹੀਂ ਮੰਨਿਆ ਜਾ ਸਕਦਾ, ਪਰ G20 ਸੰਮੇਲਨ ਨੂੰ ਦਾ ਮਾਹੌਲ ਬਣਾਉਣ ਦੇ ਲਈ ਜ਼ਰੂਰ ਮੰਨਿਆ ਜਾ ਸਕਦਾ, ਜਾਂ ਉਸਦਾ ਜਾਇਜ਼ਾ ਲੈਣ ਦੇ ਲਈ ਜ਼ਰੂਰ ਮੰਨਿਆ ਜਾ ਸਕਦਾ। ਤਾਂ ਗੱਲਬਾਤ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਸਰ। ਸ਼ੁਕਰੀਆ ਜੀ। ਤਾਂ ਇਹ ਸਨ ਪੰਜਾਬ ਅਤੇ ਪੰਜਾਬ ਦੀ ਸਿਆਸਤ ਦੇ ਨਾਲ ਜੁੜੇ ਕੁਝ ਵੱਡੇ ਤੇ ਅਹਿਮ ਮੁੱਦੇ ਜਿਨ੍ਹਾਂ ਦੇ ਉੱਤੇ ਅਸੀਂ ਚਰਚਾ ਕੀਤੀ ਹੈ। ਚਰਚਾ ਤੁਹਾਨੂੰ ਕਿਵੇਂ ਲੱਗੀ, ਆਪਣੀ ਰਾਏ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇ ਸਕਦੇ ਹੋ। ਹੋਰ ਵੀ ਖਬਰਾਂ ਤੇ ਅਪਡੇਟਸ ਦੇਖਣ ਦੇ ਲਈ ਜੁੜੇ ਰਹੋ ਰੋਜ਼ਾਨਾ ਲੋਕਨਾਥ ਟੀਵੀ ਦੇ ਨਾਲ।